ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਫੈਡਰਲ ਚੋਣਾਂ ਦੇ ਵਿੱਚ ਕੁਝ ਕੁ ਦਿਨ ਦਾ ਹੀ ਸਮਾਂ ਰਹਿ ਗਿਆ। ਅਜਿਹੇ ਦੇ ਵਿੱਚ ਸਿਆਸੀ ਸਰਗਰਮੀਆਂ ਕਾਫੀ ਜ਼ਿਆਦਾ ਤੇਜ਼ ਨੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰੈਕ ਓਬਾਮਾ ਦੇ ਵੱਲੋਂ ਜਸਟਿਨ ਟਰੂਡੋ ਨੂੰ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਨੇ। ਇਸ ਦੇ ਬਾਰੇ ਵੀ ਗੱਲ ਕਰਾਂਗੇ। ਇਸ ਤੋਂ ਬਾਅਦ ਜੋ ਇੱਕ ਤਾਜ਼ਾ ਹੋਮਿਸਾਈਡ ਦਾ ਮਾਮਲਾ ਸਾਹਮਣੇ ਆਇਆ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਗੱਲ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਦੀ ਕਰ ਲੈਂਦੇ ਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜਸਟਿਨ ਟਰੂਡੋ ਨੂੰ ਫੈਡਰਲ ਚੋਣਾਂ ਤੋਂ ਪਹਿਲਾਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਸ ਤੋਂ ਬਾਅਦ ਜਸਟਿਨ ਟਰੂਡੋ ਵੀ ਉਹਨਾਂ ਦਾ ਧੰਨਵਾਦ ਕਰਦੇ ਹੋਏ ਦਿਖਾਈ ਦਿੱਤੇ ਨੇ। ਜੋ ਇਹ ਸਾਹਮਣੇ ਖਬਰ ਆਈ ਹੈ, ਜੋ ਇਹ ਟਵੀਟ ਸਾਹਮਣੇ ਆਇਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ, ਕਿਉਂਕਿ ਜਸਟਿਨ ਟਰੂਡੋ ਅਤੇ ਬਰਾਕ ਓਬਾਮਾ ਹੋਣਾ ਨੇ ਵੀ ਇਕੱਠਿਆਂ ਕੰਮ ਕੀਤਾ ਹੋਇਆ ਔਰ ਜੇਕਰ ਅਸੀਂ ਦੇਖੀਏ ਤਾਂ ਦੋਸਤੀ ਵੀ ਇਹਨਾਂ ਦੀ ਜਿਹੜੀ ਆ ਕਾਫੀ, ਕਿਉਂਕਿ ਜਦੋਂ ਟਰੰਪ ਜਿਹੜੇ ਰਾਸ਼ਟਰਪਤੀ ਬਣੇ ਸੀ ਬਰਾਕ ਓਬਾਮਾ ਤੋਂ ਬਾਅਦ, ਉਦੋਂ ਤਾਂ ਥੋੜੇ ਜਿਹੇ ਜਿਹੜੇ ਰਿਸ਼ਤੇ ਸੀ ਉਹ ਦੋਨਾਂ ਜਿਹੜੇ ਇੱਥੋਂ ਦੇ ਮੁਖੀ ਸੀਗੇ ਜਸਟਿਨ ਟਰੂਡੋ ਅਤੇ ਟਰੰਪ ਹੋਣੀ, ਉਹਨਾਂ ਦੇ ਵਿਚਕਾਰ ਜਿਹੜੇ ਖਰਾਬ ਹੋ ਗਏ ਸੀਗੇ ਕੁਝ ਗੱਲਾਂ ਨੂੰ ਲੈ ਕੇ। ਪਰ ਬਰਾਕ ਓਬਾਮਾ ਨਾਲ ਜਿਹੜੀ ਸੀ ਉਹ ਚੰਗੀ ਬਣਦੀ ਸੀਗੀ ਜਸਟਿਨ ਟਰੂਡੋ ਦੀ। ਔਰ ਇਹ ਕੋਈ ਪਹਿਲੀ ਵਾਰ ਨਹੀਂਗਾ ਜਦੋਂ ਚੋਣਾਂ ਦੇ ਵਿੱਚ ਬਰਾਕ ਓਬਾਮਾ ਨੇ ਜਸਟਿਨ ਟਰੂਡੋ ਦੀ ਅਸੀਂ ਇੱਕ ਹਿਸਾਬ ਨਾਲ ਕਹਿ ਦਈਏ ਕਿ ਮਦਦ ਕੀਤੀ ਆ, ਕਿਉਂਕਿ 2019 ਦੀਆਂ ਚੋਣਾਂ ਵਿੱਚ ਹੀ ਕੁਝ ਇਸੇ ਤਰੀਕੇ ਦਾ ਟਵੀਟ ਜਿਹੜਾ ਸੀ ਬਿਲਕੁਲ ਚੋਣਾਂ ਦੇ ਨੇੜੇ ਜਾ ਕੇ ਬਰਾਕ ਓਬਾਮਾ ਨੇ ਕੀਤਾ ਸੀ, ਜਿਸ 'ਚ ਜਸਟਿਨ ਟਰੂਡੋ ਹੋਣਾ ਦੀ ਤਾਰੀਫ ਕੀਤੀ ਗਈ ਸੀ। ਔਰ ਇੱਕ ਵਾਰੀ ਫੇਰ ਕਿਉਂਕਿ ਬਰਾਕ ਓਬਾਮਾ ਦੀ ਜਿਹੜੀ ਆ ਉਹ ਫੈਨ ਫੋਲੋਇੰਗ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਵੀ ਕਾਫੀ ਆ ਔਰ ਉਹਨਾਂ ਨੂੰ ਇੱਕ ਚੰਗਾ ਰਾਸ਼ਟਰਪਤੀ ਮੰਨਿਆ ਜਾਂਦਾ। ਆਪਣੀਆਂ 2 ਟਰਮਾਂ ਉਹਨਾਂ ਨੇ ਪੂਰੀਆਂ ਕੀਤੀਆਂ, 2 ਵਾਰ ਜਿਹੜੀ ਚੋਣ ਜਿੱਤੀ ਉਹਨਾਂ ਨੇ ਅਮਰੀਕਨ ਰਾਸ਼ਟਰਪਤੀ, ਤੇ ਉਸ ਤੋਂ ਬਾਅਦ ਉਹ ਆਪਣੇ ਅਹੁਦੇ ਤੋਂ ਵੱਖ ਹੋਏ ਕਿਉਂਕਿ ਉੱਥੇ ਦੂਜੀ ਵਾਰ ਤੋਂ ਬਾਅਦ ਜਿਹੜਾ ਵਾ ਫਿਰ ਰਾਸ਼ਟਰਪਤੀ ਨਹੀਂ ਬਣਿਆ ਜਾ ਸਕਦਾ, ਜੋ ਉੱਥੇ ਦੀ ਪਰੰਪਰਾ ਆ। ਔਰ ਇਸ ਕਰਕੇ ਉਹਨਾਂ ਦਾ ਪ੍ਰਭਾਵ ਜਿਹੜਾ ਵਾ ਉਹ ਅਸੀਂ ਕੈਨੇਡਾ 'ਚ ਵੀ ਲੋਕਾਂ 'ਤੇ ਦੇਖਦੇ ਹਾਂ, ਪੂਰੀ ਦੁਨੀਆ ਵਿੱਚ ਉਹਨਾਂ ਦੀ ਫੈਨ ਫੋਲੋਇੰਗ ਆ। ਔਰ ਕਿਉਂਕਿ ਕੈਨੇਡਾ ਤੇ ਅਮਰੀਕਾ ਦੋਨੇ ਗੁਆਂਢੀ ਮੁਲਕ ਆ, ਬਹੁਤ ਸਾਰੇ ਲੋਕ ਇਸ ਤਰੀਕੇ ਦੇ ਨੇ ਜੋ ਥੋੜਾ ਸਮਾਂ ਕੈਨੇਡਾ ਤੇ ਅਮਰੀਕਾ ਦੋਨੇ ਪਾਸੇ ਰਹਿੰਦੇ ਨੇ ਔਰ ਰਾਜਨੀਤੀ ਦਾ ਪ੍ਰਭਾਵ ਜਿਹੜਾ ਵਾ ਅਮਰੀਕਾ ਦੀ ਤਾਂ ਕੈਨੇਡਾ ਤੇ ਵੀ ਕਈ ਵਾਰ ਦੇਖਣ ਨੂੰ ਮਿਲਦਾ ਆ। ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਅੱਜ ਜੇਕਰ ਅਸੀਂ ਲਿਬਰਲ ਕੈਂਡੀਡੇਟਸ ਦੀ ਗੱਲ ਕਰੀਏ, ਤਕਰੀਬਨ ਜਿਹੜੇ ਸਾਰੇ ਹੀ ਕੈਂਡੀਡੇਟ ਸੀਗੇ ਉਹ ਜਿਹੜਾ ਟਵੀਟ ਸੀ ਉਹ ਸ਼ੇਅਰ ਕਰਦੇ ਨਜ਼ਰ ਆਏ। ਇਸ ਟਵੀਟ ਦੇ ਸਕਰੀਨਸ਼ਾਟ ਲੈ ਕੇ ਆਪਣੇ ਵੱਖ-ਵੱਖ ਹੋਰ ਜਿਹੜੇ ਆ ਮੀਡੀਆ, ਸੋਸ਼ਲ ਮੀਡੀਆ ਦੇ ਜਿਹੜੇ ਅਕਾਊਂਟ ਆ, ਫੇਸਬੁੱਕ, ਇੰਸਟਾਗ੍ਰਾਮ, ਉਹਨਾਂ ਸਾਰਿਆਂ ਉੱਤੇ ਸ਼ੇਅਰ ਕਰਦੇ ਨਜ਼ਰ ਆਏ ਤੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਂਦੇ ਨਜ਼ਰ ਆਏ ਕਿ ਬਰਾਕ ਓਬਾਮਾ ਨੇ ਜਸਟਿਨ ਟਰੂਡੋ ਹੋਣਾ ਦੀ ਤਾਰੀਫ ਕੀਤੀ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਨਾਲ ਉਹਨਾਂ ਨੂੰ ਸਮਰਥਨ ਮਿਲ ਸਕਦਾ, ਉਹਨਾਂ ਦੀ ਮਦਦ ਹੋ ਸਕਦੀ ਆ। ਸੋ ਇਸ ਤਰੀਕੇ ਨਾਲ ਜਿਹੜਾ ਵਾ ਹੁਣ ਇਸ ਟਵੀਟ ਦੇ ਪ੍ਰਚਾਰ ਦਾ ਜ਼ਿੰਮਾ ਆ ਉਹ ਖੁਦ ਲਿਬਰਲ ਪਾਰਟੀ ਨੇ ਸੰਭਾਲ ਲਿਆ ਵਾ। ਔਰ ਬਾਕੀ ਜਿਹੜਾ ਵਾ ਕਿ ਜਿਹੜਾ ਬਰਾਕ ਓਬਾਮਾ ਨੇ ਟਵੀਟ ਕੀਤਾ ਆ, ਇਹਦਾ ਅਸਰ ਜਿਹੜਾ ਵਾ ਉਹ ਪੈਣ ਦੇ ਜਿਹੜੇ ਆ ਅੰਦੇਸ਼ੇ ਜ਼ਰੂਰ ਜਤਾਏ ਜਾ ਰਹੇ ਆ, ਪਰ ਅਸਲ ਪਤਾ 20 ਸਤੰਬਰ ਨੂੰ ਲੱਗੇਗਾ, ਜਿਹੜੀ ਹੁਣ ਬਹੁਤ ਨੇੜੇ ਆ ਚੁੱਕੀ ਆ ਕਿ ਇਹ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ 'ਚ ਕਿੰਨੇ ਕੁ ਕਾਮਯਾਬ ਜਸਟਿਨ ਟਰੂਡੋ ਹੁੰਦੇ ਨੇ। ਜੀ ਪਰ ਮਨਦੀਪ ਜੀ, ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ, ਜੋ ਬਰਾਕ ਓਬਾਮਾ ਦਾ ਇਹ ਟਵੀਟ ਸਾਹਮਣੇ ਆਇਆ, ਇਸ ਨੂੰ ਕਿਤੇ ਵਿਦੇਸ਼ੀ ਦਖਲ ਦੇ ਤੌਰ ਦੇ ਉੱਪਰ ਤਾਂ ਨਹੀਂ ਦੇਖਿਆ ਜਾ ਰਿਹਾ? ਜੀ ਬਿਲਕੁਲ, ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਸੀ ਉਦੋਂ ਅਮਰੀਕਾ ਦੇ ਵਿੱਚ ਇਹਦੀ ਬਹੁਤ ਵੱਡੇ ਪੱਧਰ ਤੇ ਚਰਚਾ ਹੋਈ ਸੀ ਕਿ ਉੱਥੇ ਜਿਹੜਾ ਵਿਦੇਸ਼ੀ ਦਖਲ ਹੋਇਆ ਚੋਣਾਂ ਦੇ ਵਿੱਚ, ਜਿਹਦੇ ਕਰਕੇ ਟਰੰਪ ਰਾਸ਼ਟਰਪਤੀ ਬਣੇ। ਔਰ ਜਦੋਂ ਕੈਨੇਡਾ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਤਾਂ ਇੱਥੇ ਵੀ ਕਈ ਵਾਰ ਜਿਹੜੀਆਂ ਕੈਨੇਡਾ ਦੀਆਂ ਏਜੰਸੀਆਂ ਵੀ ਇਹ ਸ਼ੰਕਾ ਜਤਾ ਚੁੱਕੀਆਂ ਨੇ ਕਿ ਸਿਆਸੀ ਤੌਰ ਤੇ ਕਈ ਮੁਲਕ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਕੈਨੇਡਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਸ ਤਰੀਕੇ ਦੇ ਨੁਮਾਇੰਦਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਵੀ ਜਿਹੜਾ ਵਾ ਥੋੜੀ ਉਹਨਾਂ ਦੀ ਮਦਦ ਹੋ ਸਕੇ, ਪਾਰਲੀਮੈਂਟ ਵਿੱਚ ਉਹਨਾਂ ਦੇ ਪ੍ਰਤੀ ਨਰਮ ਰਹਿਣ। ਸੋ ਇਹਦੇ ਵਿੱਚ ਕਈ ਵਾਰ ਚਾਈਨਾ ਦਾ ਨਾਮ ਵੀ ਆਉਂਦਾ ਆ, ਭਾਰਤ ਦਾ ਨਾਮ ਵੀ ਕਈ ਵਾਰ ਸ਼ਾਮਲ ਹੁੰਦਾ ਤੇ ਹੋਰਨਾਂ ਮੁਲਕਾਂ ਦਾ ਵੀ ਸ਼ਾਮਲ ਹੁੰਦਾ ਇਸ ਸੂਚੀ ਦੇ ਵਿੱਚ। ਸੋ ਉਦੋਂ ਤੋਂ ਲੈ ਕੇ ਇਹਨੂੰ ਲੈ ਕੇ ਆਮ ਲੋਕ ਵੀ ਜਿਹੜੇ ਚੇਤਨ ਹੋਏ ਨੇ। ਸੋ ਕਈ ਥਾਵਾਂ ਤੇ ਸਵਾਲ ਇਸ ਤਰੀਕੇ ਨਾਲ ਵੀ ਉਠਾਏ ਜਾ ਰਹੇ ਨੇ ਕਿ ਇਹਨੂੰ ਜਿਹੜਾ ਇੱਕ ਬਾਹਰਲਾ ਵਿਅਕਤੀ ਆ ਕੈਨੇਡਾ ਤੋਂ, ਉਹ ਕੈਨੇਡਾ ਦੇ ਲੋਕਤੰਤਰੀ ਸਿਸਟਮ ਦੇ ਵਿੱਚ ਦਖਲ ਦੇ ਰਿਹਾ। ਪਰ ਜੇਕਰ ਅਸੀਂ ਕੈਨੇਡਾ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਇਲੈਕਸ਼ਨ ਕੈਨੇਡਾ ਦੇ, ਉਹਨਾਂ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਕਹਿੰਦੇ ਕਿ ਵੀ ਕੈਨੇਡਾ ਦੇ ਵਿੱਚ ਇਸ ਵਕਤ ਜਿਹੜਾ ਮੌਜੂਦਾ ਕਾਨੂੰਨ ਆ ਉਹਦੇ ਹਿਸਾਬ ਦੇ ਨਾਲ ਜੇਕਰ ਉਹ ਵਿਅਕਤੀ ਸਿਰਫ ਇਸ ਤਰੀਕੇ ਨਾਲ ਸਮਰਥਨ ਕਰਦਾ ਆ, ਸਪੋਰਟ ਕਰਦਾ ਆ ਜਾਂ ਉਹਦੀ ਤਾਰੀਫ ਕਰਦਾ ਆ ਤਾਂ ਉਹਨੂੰ ਅਸੀਂ ਵਿਦੇਸ਼ੀ ਦਖਲ ਨਹੀਂ ਮੰਨ ਸਕਦੇ।
ਹਾਂ ਇਹ ਜ਼ਰੂਰ ਹੈ ਕਿ ਜੇ ਉਸ ਵਿਅਕਤੀ ਨੇ ਕੋਈ ਲੈਣ ਦੇਣ ਕੀਤਾ ਹੈ ਇਹਦੇ ਬਦਲੇ ਕੋਈ ਪੇਮੈਂਟ ਦਿੱਤੀ ਗਈ ਆ ਜਾਂ ਲਈ ਗਈ ਆ, ਸੋ ਇਸ ਤਰੀਕੇ ਨਾਲ ਜੇਕਰ ਕੋਈ ਬਾਹਰਲੇ ਪਾਸਿਓਂ ਕੁਝ ਹੁੰਦਾ ਆ ਤਾਂ ਉਹਨੂੰ ਅਸੀਂ ਜ਼ਰੂਰ ਵਿਦੇਸ਼ੀ ਦਖਲ ਕਹਿ ਸਕਦੇ ਹਾਂ, ਜਾਂ ਉਹਦੇ ਵੱਲੋਂ ਕੈਨੇਡਾ ਦੇ ਅੰਦਰ ਕੋਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਨੇ ਉਹਨੂੰ ਵੀ ਵਿਦੇਸ਼ੀ ਦਖਲ ਕਹਿ ਸਕਦੇ ਹਾਂ। ਪਰ ਕਹਿੰਦੇ ਕਿ ਮੌਜੂਦਾ ਕਾਨੂੰਨ ਦੇ ਅੰਦਰ ਅਸੀਂ ਇਹਨੂੰ ਵਿਦੇਸ਼ੀ ਦਖਲ ਨਹੀਂ ਕਹਿ ਸਕਦੇ। ਔਰ ਇੱਥੇ ਇਹ ਵੀ ਅਸੀਂ ਕਹਿ ਦਈਏ ਕਿ ਕਈ ਵਾਰ ਚਰਚਾ ਅਸੀਂ ਆਮ ਸੋਸ਼ਲ ਮੀਡੀਆ ਤੇ ਸੁਣਦੇ ਹਾਂ, ਔਰ ਕੁਝ ਇੱਥੇ ਦੇ ਪੁਰਾਣੇ ਤੇ ਸੀਨੀਅਰ ਪੱਤਰਕਾਰ ਜੋ ਬਹੁਤ ਨੇੜਿਓਂ ਅੰਦਰਲੀਆਂ ਚੀਜ਼ਾਂ ਨੂੰ ਦੇਖਦੇ ਨੇ ਉਹਨਾਂ ਵੱਲੋਂ ਇਹ ਕਈ ਵਾਰ ਦਾਅਵਾ ਵੀ ਕੀਤਾ ਜਾਂਦਾ ਰਿਹਾ ਕਿ ਖਾਸ ਕਰਕੇ ਪੰਜਾਬੀ ਹਲਕਿਆਂ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਤਾਂ ਜਿੱਥੇ ਬਹੁਤੇ ਪੰਜਾਬੀ ਵਸੋਂ ਆ 3-4 ਜਿਹੜੇ ਜਿੱਥੇ ਵੀ ਚੁਕਾਉਣਾ ਜਾਂ ਦੋਵਾਂ 'ਚ ਮੁਕਾਬਲਾ ਹੁੰਦਾ ਸਾਰੇ ਪੰਜਾਬੀ ਉਮੀਦਵਾਰਾਂ ਵਿੱਚ ਹੁੰਦਾ ਆ। ਸੋ ਜਿੱਥੇ ਵੀ ਜਿਹਦੀ ਭਾਰਤ ਵਿੱਚ ਜਿੰਨੀ ਪਹੁੰਚ ਹੁੰਦੀ ਹੈ ਪੰਜਾਬ 'ਚ ਕਹਿੰਦੇ ਉੱਥੋਂ ਅਫਸਰਾਂ ਦੇ ਉੱਥੋਂ ਸਿਆਸੀ ਲੀਡਰਾਂ ਦੇ ਫੋਨ ਕਰਵਾ ਕੇ ਇੱਥੇ ਜਿਹੜਾ ਵਾ ਵੋਟਾਂ ਪਾਉਣ ਦੀ ਅਪੀਲ ਕੀਤੀ ਜਾਂਦੀ ਆਪੋ ਆਪਣੇ ਉਮੀਦਵਾਰਾਂ ਨੂੰ। ਸੋ ਇਹਨੂੰ ਵੀ ਵਿਦੇਸ਼ੀ ਦਖਲ ਕਿਹਾ ਜਾਂਦਾ ਆ, ਪਰ ਇਸ ਤੇ ਵੀ ਕਿਤੇ ਖੁੱਲ੍ਹ ਕੇ ਕੋਈ ਬਹੁਤਾ ਮਾਮਲਾ ਸਾਹਮਣੇ ਨਹੀਂ ਹੋਇਆ, ਪਰ ਅੰਦਰ ਖਾਤੇ ਇਸ ਤਰੀਕੇ ਦੀਆਂ ਗੱਲਾਂ ਜ਼ਰੂਰ ਚੱਲਦੀਆਂ ਰਹਿੰਦੀਆਂ ਨੇ। ਸੋ ਇਸੇ ਤਰੀਕੇ ਨਾਲ ਇਸ ਉੱਤੇ ਵੀ ਇਹ ਗੱਲ ਚੱਲੀ ਸੀ ਕਿ ਬਰਾਕ ਓਬਾਮਾ ਜਿਹੜੇ ਆ ਉਹ ਕੈਨੇਡਾ ਦੇ ਚੋਣ ਸਿਸਟਮ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜਿਹੜੇ ਇਲੈਕਸ਼ਨ ਕੈਨੇਡਾ ਦੇ ਸੀਨੀਅਰ ਅਧਿਕਾਰੀ ਉਹਨਾਂ ਦਾ ਕਹਿਣਾ ਕਿ ਜੇਕਰ ਅਸੀਂ ਮੌਜੂਦਾ ਕਾਨੂੰਨ ਦੇਖੀਏ ਤਾਂ ਇਹਨੂੰ ਉਸ ਤਰੀਕੇ ਨਾਲ ਦੇਖਿਆ ਨਹੀਂ ਜਾ ਸਕਦਾ। ਸੋ ਮਨਦੀਪ ਜੀ, ਇੱਥੇ ਇੱਕ ਹੋਰ ਵੀ ਜਿਹੜਾ ਮਾਮਲਾ ਸਾਹਮਣੇ ਹੈ ਜਿੱਥੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਹੋਮੀਸਾਈਡ ਦਾ ਮਾਮਲਾ ਸਾਹਮਣੇ ਹੈ। ਪੰਜਾਬੀ ਗੈਂਗਸਟਰ ਦੀ ਮੌਤ ਹੋ ਗਈ ਹੈ, ਗੋਲੀ ਉਸ ਨੂੰ ਲੱਗੀ ਹੈ। 2018 ਦੇ ਵਿੱਚ ਉਸ ਦਾ ਭਰਾ ਜਿਹੜਾ ਸੀ ਮੈਕਸੀਕੋ ਦੇ ਵਿੱਚ ਉਸ ਨੂੰ ਵੀ ਮਾਰ ਦਿੱਤਾ ਗਿਆ। ਇਹ ਜੋ ਲਗਾਤਾਰ ਹੋਮੀਸਾਈਡ ਦੇ ਮਾਮਲੇ ਸਾਹਮਣੇ ਆ ਰਹੇ ਨੇ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਜਿਹੜਾ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਇਸ ਦੇ ਬਾਰੇ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ। ਜੀ ਇਹ ਵੀ ਇੱਕ ਦੁਖਾਂਤ ਅਸੀਂ ਕਹਿ ਸਕਦੇ ਹਾਂ ਖਾਸ ਕਰਕੇ ਕੈਨੇਡਾ ਦੇ ਵਿੱਚ, ਔਰ ਕਿਉਂਕਿ ਇਹ ਵੀ ਮਾਮਲਾ ਪੰਜਾਬੀ ਭਾਈਚਾਰੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਨੌਜਵਾਨ ਵੀ ਪੰਜਾਬੀ ਸੀਗਾ। ਔਰ ਪਹਿਲਾਂ ਜੇਕਰ ਇਸ ਘਟਨਾ ਦੀ ਗੱਲ ਕਰੀਏ ਤਾਂ ਬੀਤੀ ਦੇਰ ਸ਼ਾਮ ਦੀ ਜਿਹੜੀ ਇਹ ਘਟਨਾ ਆ, ਸੋ ਜਿਹੜਾ ਇੱਕ ਪੁਰਾਣਾ ਹੋਟਲ ਆ ਵੈਨਕੂਵਰ ਡਾਊਨਟਾਊਨ ਦੇ ਵਿੱਚ ਫੇਅਰਮਾਊਂਟ ਹੋਟਲ ਜਿਹੜਾ ਉਹਦੀ ਪਾਰਕਿੰਗ ਦੇ ਵਿੱਚ ਜਿਹੜਾ ਵਾ ਇਹ ਕਤਲ ਹੋਇਆ। ਔਰ ਫਰਾਰੀ ਕਾਰ ਸੀਗੀ, ਮਹਿੰਗੀ ਕਾਰ ਸੀ, ਸਪੋਰਟਸ ਕਾਰ ਫਰਾਰੀ ਦੇ ਵਿੱਚ ਜਿਹੜਾ ਸੀ ਇਸ ਦੀ ਲਾਸ਼ ਮਿਲੀ ਜਿੱਥੇ ਇਸ ਨੂੰ ਗੋਲੀਆਂ ਮਾਰੀਆਂ ਗਈਆਂ ਸੀਗੀਆਂ। ਸੋ ਕਾਰ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਨੇ ਔਰ ਉਸ ਕਾਰ ਨੂੰ ਪੁਲਿਸ ਵੱਲੋਂ ਜਿਹੜਾ ਵਾ ਉਹ ਜ਼ਬਤ ਵੀ ਕਰ ਲਿਆ ਗਿਆ, ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਸੋ ਹੋਟਲ ਦੇ ਸਟਾਫ ਵੱਲੋਂ ਜਿਹੜਾ ਸੀ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ, ਹੋਟਲ ਨੂੰ ਘੇਰਾ ਪਾਇਆ ਔਰ ਜਾਂਚ ਸ਼ੁਰੂ ਕੀਤੀ। ਸੋ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਉਹਦਾ ਨਾਮ ਜਿਹੜਾ ਵਾ ਅਮਨਦੀਪ ਉਰਫ ਅਮਨ ਮੰਝ ਦੱਸਿਆ ਜਾ ਰਿਹਾ, ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਦੇ ਛੋਟੇ ਭਰਾ ਦੀ ਜਿਹੜੀ ਆ ਜੋਧ ਮੰਝ ਦੀ ਮੌਤ 2018 ਦੇ ਵਿੱਚ ਹੋਈ ਸੀ ਔਰ ਉਸ ਦੇ ਪਿੱਛੇ ਵੀ ਗੈਂਗਸਟਰ ਪਏ ਹੋਏ ਸੀ, ਗੈਂਗ ਵਾਰ ਦੇ ਵਿੱਚ ਉਸ ਨੂੰ ਵੀ ਲੱਭਿਆ ਜਾ ਰਿਹਾ ਸੀ। ਤਾਂ ਇੱਥੋਂ ਭੱਜ ਕੇ ਉਹ ਮੈਕਸੀਕੋ ਚਲਿਆ ਗਿਆ ਸੀ ਜਿੱਥੇ ਮੈਕਸੀਕੋ ਵਿੱਚ ਵੀ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਔਰ ਇਹ ਤਾਂ ਥੋੜੇ ਸਾਲ ਪਾ ਕੇ ਜੇਕਰ ਅਸੀਂ ਕਹੀਏ ਤਾਂ ਇਸ ਤਰੀਕੇ ਦੀ ਘਟਨਾ ਵਾਪਰੀ ਆ ਕਿ ਇੱਕ ਪਰਿਵਾਰ ਦੇ 2 ਪੁੱਤਰ ਜਿਹੜੇ ਉਹ ਇਸ ਜਹਾਨ ਤੋਂ ਗੈਂਗ ਵਾਰ ਦੇ ਵਿੱਚ ਗਏ ਨੇ। ਔਰ ਜੇਕਰ ਅਸੀਂ ਆ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਕੁਝ ਕੁ ਮਹੀਨੇ ਪਹਿਲਾਂ ਇੱਕ ਨੌਜਵਾਨ ਨੂੰ ਇੱਥੇ ਬਰਨਬੀ ਦੇ ਵਿੱਚ ਇੱਕ ਪੈਟੀਓ ਰੈਸਟੋਰੈਂਟ ਦੇ ਬਾਹਰ ਬੈਠਾ ਉਹ ਖਾ ਰਿਹਾ ਸੀ ਤਾਂ ਉੱਥੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਤਾਂ ਉਸ ਤੋਂ ਬਾਅਦ ਉਸਦੇ ਛੋਟੇ ਭਰਾ ਨੂੰ 11 ਕੁ ਦਿਨ ਬਾਅਦ ਹੀ ਕੈਲਗਰੀ ਵਿੱਚ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸੋ ਵੀ ਇੱਕ ਪਰਿਵਾਰ ਦੇ 2 ਜਿਹੜੇ ਨੌਜਵਾਨ ਸੀਗੇ, 2 ਬੱਚੇ ਸੀਗੇ, ਉਹ ਇਸ ਗੈਂਗ ਵਾਰ ਦੀ ਭੇਟ ਚੜ ਗਏ। ਔਰ ਜੋ ਇਸ ਮਾਮਲੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਆ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਪਹਿਲਾਂ ਵੀ ਜਾਣਕਾਰੀ ਸੀ ਅਮਨ ਦੀਆਂ ਗਤੀਵਿਧੀਆਂ ਬਾਰੇ ਕਿ ਕਿਸ ਤਰੀਕੇ ਦਾ ਨੌਜਵਾਨ ਸੀਗਾ ਔਰ ਅਸਲੇ ਦੇ ਮਾਮਲੇ ਵਿੱਚ, ਹਥਿਆਰਾਂ ਦੇ ਮਾਮਲੇ ਵਿੱਚ ਵੀ ਕੁਝ ਚਾਰਜ ਲੱਗੇ ਹੋਏ ਸੀ। ਇਹ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਸ਼ਾਇਦ ਡਰੱਗਸ ਦੇ ਮਾਮਲੇ ਦੇ ਲੈਣ ਦੇਣ ਦੇ ਵਿੱਚ ਵੀ ਇਸ ਦੀ ਸ਼ਮੂਲੀਅਤ ਸੀ। ਸੋ ਕਈ ਤਰੀਕੇ ਦੇ ਜਿਹੜੇ ਦੋਸ਼ ਉਹ ਲਾਏ ਜਾ ਰਹੇ ਸੀਗੇ, ਪਰ ਇਸ ਵਕਤ ਕਿਹੜੀਆਂ ਗਤੀਵਿਧੀਆਂ 'ਚ ਸ਼ਾਮਲ ਸੀਗਾ ਜਾਂ ਨਹੀਂ ਸੀਗਾ ਇਹਦੇ ਸੰਬੰਧੀ ਹਾਲੇ ਪੁਲਿਸ ਜਾਂਚ ਕਰ ਰਹੀ ਆ। ਪਰ ਇੰਨਾ ਜ਼ਰੂਰ ਹੈ ਕਿ ਜਿਹੜਾ ਇੱਕ ਗੈਂਗਵਾਰ ਚੱਲ ਰਹੀ ਹੈ ਜਿਸ ਨੂੰ ਪਿਛਲੇ ਕੁਝ ਦਿਨਾਂ ਵਿੱਚ ਅਸੀਂ ਦੇਖਿਆ ਕਿ ਥੋੜਾ ਠਰਮਾ ਮਿਲਿਆ ਸੀਗਾ, ਕਿਉਂਕਿ ਜਦੋਂ ਇੱਕ ਧਾਲੀਵਾਲ ਨਾਮ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਇੱਥੇ ਹੀ ਵਾਟਰ ਫਰੰਟ ਦੇ ਕੋਲ ਵੈਨਕੂਵਰ ਡਾਊਨਟਾਊਨ ਦੇ ਵਿੱਚ ਇੱਕ ਰੈਸਟੋਰੈਂਟ ਦੇ ਬਾਹਰ, ਤਾਂ ਉਸ ਤੋਂ ਬਾਅਦ ਕਈ ਕਤਲ ਜਿਹੜੇ ਸੀ ਉਹ ਲਗਾਤਾਰ ਹੋਏ। ਔਰ ਉਸ ਤੋਂ ਬਾਅਦ ਫਿਰ ਇੱਕ ਹੁਣ ਪਿਛਲੇ 2 ਮਹੀਨਿਆਂ ਵਿੱਚ ਥੋੜੀ ਜੀ ਜਿਹੜੀ ਸਿਰ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਕਮੀ ਆਈ ਸੀ। ਪੁਲਿਸ ਕਾਫੀ ਐਕਟਿਵ ਹੋਈ, ਪੁਲਿਸ ਨੇ ਕੁਝ ਨੌਜਵਾਨਾਂ ਦੀਆਂ ਤਸਵੀਰਾਂ ਜਾਰੀਆਂ ਕੀਤੀਆਂ ਗੈਂਗਸਟਰਾਂ ਦੀਆਂ ਕਿ ਇਹਨਾਂ ਨੂੰ ਜਿਹੜਾ ਵਾ ਪਬਲਿਕ ਸੇਫਟੀ ਲਈ ਖਤਰਾ ਹੋ ਸਕਦੇ ਨੇ, ਇਹਨਾਂ ਨੂੰ ਕਿਤੇ ਨਿਸ਼ਾਨਾ ਬਣਾਇਆ ਜਾ ਸਕਦਾ। ਉਸ ਤੋਂ ਬਾਅਦ ਜਿਹੜਾ ਸੀ ਕੁਝ ਘਟਿਆ, ਪਰ ਇੱਕ ਵਾਰੀ ਫਿਰ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ 2 ਦਿਨ ਪਹਿਲਾਂ ਵੀ ਵੈਨਕੂਵਰ ਦੇ ਵਿੱਚ ਹੀ ਇੱਕ
ਸ਼ੂਟਿੰਗ ਹੋਈ ਸੀ ਈਸਟ ਵੈਨਕੂਵਰ ਦੇ ਵਿੱਚ। ਉਸ ਤੋਂ ਬਾਅਦ ਇੱਕ ਸੜਿਆ ਹੋਇਆ ਜਿਹੜਾ ਅਸੀਂ ਪਿਕਅਪ ਟਰੱਕ ਸੀ ਉਹ ਮਿਲਿਆ ਸੀਗਾ, ਕਹਿ ਸਕਦੇ ਹਾਂ ਉਹ ਮਿਲਿਆ ਸੀਗਾ। ਸੋ ਉੱਥੋਂ ਵੀ ਸ਼ੰਕਾ ਜ਼ਾਹਰ ਕੀਤੀ ਸੀ ਵੀ ਕਿਤੇ ਨਾ ਕਿਤੇ ਕੁਝ ਦੁਬਾਰਾ ਸ਼ੁਰੂ ਹੋਣ ਵਾਲਾ। ਸੋ ਉਸ ਤੋਂ 2-3 ਦਿਨ ਬਾਅਦ ਹੁਣ ਇਹ ਇੱਕ ਕਤਲ ਹੋ ਗਿਆ, ਸ਼ੂਟਿੰਗ ਦਾ ਮਾਮਲਾ ਸਾਹਮਣੇ ਆਇਆ। ਸੋ ਅੱਗੇ ਪੁਲਿਸ ਹੁਣ ਹੋਰ ਚਕੰਨੀ ਆ ਵੀ ਜਿੱਦਾਂ ਪਹਿਲਾਂ ਲੜੀਵਾਰ ਗੈਂਗ ਵਾਰ ਚੱਲੀ ਸੀਗੀ ਕਿਤੇ ਉੱਦਾਂ ਦੁਬਾਰਾ ਜਿਹੜੀ ਗੈਂਗ ਵਾਰ ਨਾ ਚੱਲੇ। ਸੋ ਇਹ ਯੂਐਨ ਗੈਂਗ ਦਾ ਮੈਂਬਰ ਸੀਗਾ ਅਮਨ ਮੰਝ। ਸੋ 2 ਭਰਾ ਜਿਹੜੇ ਸੀਗੇ ਉਹ ਇਹਨਾਂ 3 ਸਾਲਾਂ ਦੇ ਵਿੱਚ ਜਿਹੜਾ ਸੀ ਇਸ ਗੈਂਗ ਵਾਰ ਦੀ ਭੇਟ ਚੜ੍ਹ ਗਏ। ਜੀ ਸੋ ਮਨਦੀਪ ਜੀ, ਇੱਥੇ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ ਤੇ ਗੈਂਗ ਵਾਰ ਜਿਹੜੀ ਹੈ ਉਹ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਤੇ ਚੋਣਾਂ ਦੇ ਵਿੱਚ ਇਹ ਜਿਹੜਾ ਮੁੱਦਾ ਸੀ ਇਹ ਕਿੰਨਾ ਅਹਿਮ ਰਿਹਾ, ਕਿੰਨਾ ਕਿਸ ਮੁੱਦੇ ਨੂੰ ਚੁੱਕਿਆ ਗਿਆ? ਜੀ ਬਿਲਕੁਲ, ਕਿਉਂਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਤਾਂ ਸਿੱਧੇ ਤੌਰ ਤੇ ਜਿਹੜੇ ਸਵਾਲ ਆ ਉਹ ਸਰਕਾਰਾਂ ਤੇ ਕੀਤੇ ਜਾਂਦੇ ਨੇ। ਹਾਲਾਂਕਿ ਹੋਰ ਵੀ ਬਹੁਤ ਸਾਰੇ ਮਸਲਿਆਂ ਉੱਤੇ ਜਿਹੜੀ ਇਹ ਗੱਲਬਾਤ ਕੀਤੀ ਜਾਂਦੀ ਹੈ, ਸੰਸਥਾਵਾਂ ਕੰਮ ਕਰਦੀਆਂ ਨੇ ਕਿ ਮਾਪਿਆਂ ਨੂੰ ਬੱਚਿਆਂ ਨੂੰ ਜਿਹੜਾ ਵੱਧ ਸਮਾਂ ਦੇਣਾ ਚਾਹੀਦਾ, ਕੰਮਾਂ ਕਾਰਾਂ ਚੋਂ ਨਿਕਲ ਕੇ ਬੱਚਿਆਂ ਦੀ ਪਰਵਰਿਸ਼ ਵੱਲ, ਉਹਨਾਂ ਨੂੰ ਕਿਵੇਂ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰਨੀ, ਕਿਵੇਂ ਇਹਨਾਂ ਚੀਜ਼ਾਂ ਤੋਂ ਬਚਾਉਣਾ ਆ, ਕਿਵੇਂ ਉਹਨਾਂ ਤੇ ਨਿਗਰਾਨੀ ਰੱਖਣੀ ਆ ਤਾਂ ਕਿ ਉਹ ਇਸ ਜੰਜਾਲ 'ਚ ਨਾ ਫਸਣ। ਉਹ ਸਾਰੀਆਂ ਚੀਜ਼ਾਂ ਉੱਤੇ ਗੱਲਬਾਤ ਹੁੰਦੀ ਹੈ, ਪਰ ਨਾਲ ਨਾਲ ਗੱਲ ਸਰਕਾਰ ਦੀ ਵੀ ਕੀਤੀ ਜਾਂਦੀ ਹੈ ਕਿ ਸਰਕਾਰਾਂ ਇਸ ਪਾਸੇ ਕੀ ਕਰ ਰਹੀਆਂ ਨੇ। ਸੋ ਇਸ ਵਾਰ ਵੀ ਜਿਹੜਾ ਅਸੀਂ ਖਾਸ ਕਰਕੇ ਅਸੀਂ ਇੱਥੇ ਜੇਕਰ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਗੱਲ ਕਰੀਏ ਤਾਂ ਬਹੁਤੇ ਉਮੀਦਵਾਰਾਂ ਨੂੰ ਇਹ ਸਵਾਲ ਕੀਤੇ ਜਾ ਰਹੇ ਨੇ, ਜਿਹੜੇ ਦੁਬਾਰਾ ਮੈਦਾਨ 'ਚ ਨੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਕੀ ਕੀਤਾ, ਔਰ ਖਾਸ ਕਰਕੇ ਜਿਹੜੇ ਨਵੇਂ ਲੜ ਰਹੇ ਨੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਤੁਹਾਡੇ ਕੋਲ ਕੀ ਪਲਾਨ ਆ। ਸੋ ਚਰਚਾ ਇਹਦੀ ਚੱਲ ਰਹੀ ਆ। ਔਰ ਜੇਕਰ ਅਸੀਂ ਲਿਬਰਲ ਦੇ ਇਸ ਵਕਤ ਜਿਹੜੇ ਐਮਪੀ ਨੇ, ਕਿਉਂਕਿ ਪਿਛਲੇ 6 ਸਾਲਾਂ ਤੋਂ ਉਹਨਾਂ ਦੀ ਸਰਕਾਰ ਆ ਔਰ ਸਰੀ ਦੇ ਵਿੱਚ ਖਾਸ ਕਰਕੇ ਸਮੱਸਿਆ ਨਾਲ ਜ਼ਿਆਦਾ ਨਜਿੱਠਣਾ ਪੈ ਰਿਹਾ। ਪੰਜਾਬੀ ਭਾਈਚਾਰੇ ਦੇ ਜਿਹੜੇ ਆ ਉਹ ਕਾਫੀ ਨੌਜਵਾਨ ਜਿਹੜੇ ਆ ਇਸ ਗੈਂਗ ਵਾਇਲੈਂਸ 'ਚ ਮਾਰੇ ਜਾ ਰਹੇ ਨੇ। ਸੋ ਉਹਨਾਂ ਵੱਲੋਂ ਇੱਕ ਦਾਅਵਾ ਕੀਤਾ ਜਾ ਰਿਹਾ ਕਿ ਇੱਕ ਵੱਡੀ ਫੰਡਿੰਗ ਜਿਹੜੀ ਸੀ ਉਹ ਸਰਕਾਰ ਵੱਲੋਂ ਲਿਆਂਦੀ ਗਈ ਆ ਤੇ ਉਹ ਲਿਆ ਕੇ ਸਰੀ ਦੀ ਜਿਹੜੀ ਸਿਟੀ ਆ ਉਹਨੂੰ ਦਿੱਤੀ ਗਈ ਆ, ਔਰ ਅੱਗੇ ਉਹਦੇ ਵੱਲੋਂ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਇਸ ਤੋਂ ਰੋਕਣ ਲਈ ਉਹਨਾਂ ਵਿੱਚ ਵੰਡੀ ਜਾ ਰਹੀ ਆ। ਸੋ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਇਹ ਸਭ ਦੇ ਦੌਰਾਨ ਲੋਕਾਂ ਵੱਲੋਂ ਸਵਾਲ ਜਿਹੜੇ ਆ ਉਹ ਲਗਾਤਾਰ ਕੀਤੇ ਜਾ ਰਹੇ ਨੇ। ਜੀ, ਜਿਸ ਤਰ੍ਹਾਂ ਐਲਬਰਟਾ ਦੇ ਵਿੱਚ ਜੋ ਕਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ, ਹਸਪਤਾਲ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਸ ਤੋਂ ਬਾਅਦ ਮੰਗ ਵੀ ਕੀਤੀ ਜਾ ਰਹੀ ਸੀ, ਉਹ ਮੰਗ ਚਾਹੇ ਪੂਰੀ ਹੋ ਚੁੱਕੀ ਹੈ, ਪਰ ਪ੍ਰੀਮੀਅਰ ਜੇਸਨ ਕੈਰੀ ਨੂੰ ਲੈ ਕੇ ਜਿਹੜੇ ਵੱਖ-ਵੱਖ ਲੀਡਰ ਨੇ ਉਹਨਾਂ ਵੱਲੋਂ ਵੀ ਚਰਚਾ ਕੀਤੀ ਜਾ ਰਹੀ ਹੈ। ਜੋ ਉਹਨਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ। ਜੀ ਬਿਲਕੁਲ, ਪ੍ਰੀਮੀਅਰ ਜਿਹੜੇ ਨੇ ਜੈਸਨ ਕੈਨੀ ਅਲਬਰਟਾ ਦੇ, ਉਹਨਾਂ ਵੱਲੋਂ ਜਿਹੜੀ ਢਿੱਲ ਦਿਖਾਈ ਗਈ ਆ, ਜੋ ਦੁਬਾਰਾ ਅਲਬਰਟਾ ਦੇ ਵਿੱਚ ਕਰੋਨਾ ਦੇ ਹਾਲਾਤ ਵਿਗੜੇ ਨੇ, ਜੋ ਵੈਕਸੀਨ ਦਾ ਰੇਟ ਵਧਾਉਣ ਨੂੰ ਲੈ ਕੇ ਕੋਈ ਬਹੁਤੇ ਵੱਡੇ ਕਦਮ ਨਹੀਂ ਚੁੱਕੇ ਗਏ, ਉਹਦਾ ਮੁੱਲ ਜਿਹੜਾ ਇਸ ਵਕਤ ਇਹ ਲੱਗਦਾ ਕਿ ਐਰਨ ਅਟੋਲ ਨੂੰ ਤਾਰਨਾ ਪੈ ਸਕਦਾ ਆ, ਕਿਉਂਕਿ ਲਿਬਰਲ ਨੇ ਜਿਹੜਾ ਵਾ ਉਹ ਮੁੱਦਾ ਇਹ ਚੱਕ ਲਿਆ ਹੁਣ ਕਿ ਅਲਬਰਟਾ ਦੇ ਵਿੱਚ ਕਿਸ ਤਰੀਕੇ ਨਾਲ ਕੰਜ਼ਰਵੇਟਿਵ ਨਾਲ ਸੰਬੰਧਿਤ ਜਿਸ ਤਰੀਕੇ ਦੀ ਸਿਆਸਤ ਆ ਉਹਦੇ ਕਰਕੇ ਦੁਬਾਰਾ ਹਾਲਾਤ ਵਿਗੜੇ ਨੇ। ਔਰ ਅਸੀਂ ਸ਼ੰਕਾ ਵੀ ਜ਼ਾਹਰ ਕੀਤੀ ਸੀ ਇਸੇ ਪ੍ਰੋਗਰਾਮ ਵਿੱਚ ਕੁਝ ਦਿਨ ਪਹਿਲਾਂ ਕਿ ਜਸਟਿਨ ਟਰੂਡੋ ਹੁਣਾਂ ਕੋਲ ਜਿਹੜਾ ਪਿਛਲੇ ਇਲੈਕਸ਼ਨ ਦੇ ਵਿੱਚ ਇੱਕ ਹਥਿਆਰ ਸੀ ਉਹ ਸੀ ਡਗ ਫੋਰਡ। ਉਹਨਾਂ ਦਾ ਜਿਸ ਤਰੀਕੇ ਦਾ ਕਾਰਜਕਾਲ ਰਿਹਾ ਉਹਨੂੰ ਲੈ ਕੇ ਉਹਨਾਂ ਨੇ ਲਗਾਤਾਰ ਜਿਹੜਾ ਸੀ ਪਿਛਲੀ ਵਾਰ ਐਂਡਰੂ ਸ਼ੀਰ ਨੂੰ ਨਿਸ਼ਾਨਾ ਬਣਾਇਆ ਕਿ ਜੇਕਰ ਐਂਡਰੂ ਸ਼ੀਰ ਜਿੱਤਦੇ ਨੇ, ਕੰਜ਼ਰਵੇਟਿਵ ਆਉਂਦੀ ਆ ਤਾਂ ਉਹੀ ਹੋਵੇਗਾ ਸਾਰਾ ਕੁਝ ਜੋ ਡਗ ਫੋਰਡ ਕਰ ਰਹੇ ਨੇ। ਉਹਨਾਂ ਨੇ ਜਿਹੜੀਆਂ ਸਰਵਿਸਿਜ਼ ਕੱਟ ਕੀਤੀਆਂ ਉਸੇ ਤਰੀਕੇ ਨਾਲ ਕੱਟ ਕਰਨਗੇ। ਔਰ ਅਸੀਂ ਸ਼ੰਕਾ ਜ਼ਾਹਰ ਕੀਤੀ ਸੀ ਕਿ ਇਸ ਵਾਰ ਜਿਹੜੇ ਆ ਜਸਟਿਨ ਟਰੂਡੋ ਸਿਰਫ ਹਾਰਪਰ ਦਾ ਨਾਮ ਲੈ ਰਹੇ ਨੇ, ਪਰ ਇਹਦੇ ਵਿੱਚ ਛੇਤੀ ਹੀ ਜੈਸਨ ਕੇਨੀ ਦਾ ਨਾਮ ਵੀ ਜਿਹੜਾ ਸ਼ਾਮਲ ਹੋ ਸਕਦਾ। ਸੋ ਅੱਜ ਤੋਂ ਉਸ ਦੀ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਬੀਤੇ ਦਿਨ ਜੈਸਨ ਕੇਨੀ ਹੁਣਾਂ ਨੇ ਪ੍ਰੂਫ ਆਫ ਵੈਕਸੀਨੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ ਅਲਬਰਟਾ ਦੇ ਵਿੱਚ ਵੀ, ਔਰ ਇਹਦੇ ਨਾਲ ਉਹਨਾਂ ਨੇ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹਦੇ ਵਿੱਚ ਵੀ ਜਿਹੜਾ ਵਾਅਦਾ ਕੀਤਾ ਹੈ, ਜੋ ਉਹਨੂੰ ਦੁਬਾਰਾ ਐਲਾਨ ਕੀਤਾ ਆ। ਸੋ ਉਹਨੂੰ ਲੈ ਕੇ ਜਿਹੜਾ ਵਾ ਹੁਣ ਇਸ ਕਰਕੇ ਬਾਤ ਉੱਠਿਆ ਕਿਉਂਕਿ ਇੱਕ ਇਸ਼ਤਿਹਾਰ ਜਿਹੜਾ ਆ ਉਹ ਕੰਜ਼ਰਵੇਟਿਵ ਦਾ ਹੁਣ ਲਿਬਰਲ ਪਾਰਟੀ ਦੇ ਆਗੂਆਂ ਵੱਲੋਂ ਸਾਂਝਾ ਕੀਤਾ ਜਾ ਰਿਹਾ, ਟਵਿੱਟਰ ਉੱਤੇ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ। ਖਾਸ ਕਰਕੇ ਅੱਜ ਇਮੀਗ੍ਰੇਸ਼ਨ ਮੰਤਰੀ ਜੀ ਨੇ ਜਿਹੜੇ ਮਾਰਕੋ ਮੈਡੀਚੀਨੋ ਉਹਨਾਂ ਵੱਲੋਂ ਸ਼ੇਅਰ ਕੀਤਾ ਗਿਆ, ਜਿਸ 'ਚ ਐਰਨ ਅਟੂਲ ਜਿਹੜੇ ਆ ਉਹ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੈਸਨ ਕੇਨੀ, ਜੋ ਕਿ ਪਹਿਲਾਂ ਫੈਡਰਲ ਪੋਲਿਟਿਕਸ 'ਚ ਰਹਿ ਚੁੱਕੇ ਨੇ, ਹਾਰਪਰ ਸਰਕਾਰ 'ਚ ਮੰਤਰੀ ਰਹਿ ਚੁੱਕੇ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ, ਉਹਨਾਂ ਦੀ ਤਾਰੀਫ ਕੀਤੀ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਅਲਬਰਟਾ ਦੇ ਵਿੱਚ ਇਹ ਸਾਰਾ ਕੁਝ ਹੈਂਡਲ ਕੀਤਾ। ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਤਾਰੀਫ ਆ, ਖਾਸ ਕਰਕੇ ਜਸਟਿਨ ਟਰੂਡੋ ਵੀ ਅੱਜ ਬੋਲੇ, ਉਹਨਾਂ ਨੇ ਆਲੋਚਨਾ ਕੀਤੀ ਐਰਨ ਅਟੂਲ ਦੀ ਕਿ ਜਿਸ ਤਰੀਕੇ ਨਾਲ ਇਸ ਵਕਤ ਅਲਬਰਟਾ ਦੇ ਵਿੱਚ ਕ੍ਰਾਈਸਿਸ ਵਧਿਆ ਆ, ਹੋ ਸਕਦਾ ਕਿ ਵੈਂਟੀਲੇਟਰ ਦੀ ਜਿਹੜੀ ਉਹ ਘਾਟ ਪੈਦਾ ਹੋ ਸਕਦੀ ਹੈ। ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਓਟਵਾ ਵੱਲੋਂ ਜਿਹੜੇ ਆ ਉੱਥੇ
ਵੈਂਟੀਲੇਟਰ ਜਿਹੜੇ ਆ ਹੋਰ ਭੇਜੇ ਜਾਣਗੇ। ਸੋ ਇਸੇ ਤਰੀਕੇ ਨਾਲ ਹੁਣ ਜਿਹੜੇ ਪਿਛਲੇ 2-4 ਦਿਨ ਬਚੇ ਨੇ ਇਸ ਵਕਤ ਇਲੈਕਸ਼ਨ ਤੋਂ ਪਹਿਲਾਂ, ਸੋ ਇਹ ਵੀ ਇੱਕ ਮੁੱਦਾ ਹੁਣ ਜਦੋਂ 20 ਤਰੀਕ ਨੂੰ VOTING ਹੋਵੇਗੀ ਲੱਗਦਾ ਕਿ ਪ੍ਰਭਾਵ ਪਾ ਸਕਦਾ ਆ ਕਿ ਜੇਕਰ ਇੱਕ ਜਿਹੜਾ ਵਾ ਇਹਨੂੰ ਟ੍ਰੇਲਰ ਦੇ ਤੌਰ ਤੇ ਲਿਬਰਲਸ ਵੱਲੋਂ ਵਰਤਿਆ ਜਾ ਰਿਹਾ ਕਿ ਅਸੀਂ ਤੁਹਾਨੂੰ ਟ੍ਰੇਲਰ ਦਿਖਾ ਰਹੇ ਹਾਂ ਕਿ ਜੇਕਰ ਕੰਜ਼ਰਵੇਟਿਵ ਸਰਕਾਰ ਆਵੇਗੀ ਤਾਂ ਇੱਕ ਵਾਰੀ ਫੇਰ ਜਿਹੜਾ ਵਾ ਹਾਲਾਤ ਵਿਗੜ ਸਕਦੇ ਆ, ਦੁਬਾਰਾ ਤੁਹਾਨੂੰ ਲੋਕਡਾਊਨ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਇੱਕ ਅਸੀਂ ਕਹਿ ਸਕਦੇ ਹਾਂ ਕਿ ਡਰ ਵੀ ਦਿਖਾਇਆ ਜਾ ਰਿਹਾ ਕਿ ਜੇਕਰ ਸਹੀ ਤਰੀਕੇ ਨਾਲ ਦੁਬਾਰਾ ਹੈਂਡਲ ਨਾ ਕੀਤਾ ਗਿਆ ਤਾਂ ਇਸ ਤਰੀਕੇ ਨਾਲ ਜਿਹੜਾ ਵਾ ਉਹ ਤੁਹਾਨੂੰ ਅਲਬਰਟਾ ਦੀ ਇੱਕ ਐਗਜ਼ਾਮਪਲ ਦੇਖਣੀ ਚਾਹੀਦੀ ਆ ਕਿ ਇਸ ਤਰੀਕੇ ਨਾਲ ਹੋ ਸਕਦਾ ਆ। ਦੂਜੇ ਪਾਸੇ ਐਰਨ ਅਟੂਲ ਹੁਣਾਂ ਨੇ ਇਹਦਾ ਜਵਾਬ ਦਿੱਤਾ ਆ ਤੇ ਜਸਟਿਨ ਟਰੂਡੋ ਨੂੰ ਦੋਸ਼ੀ ਠਹਿਰਾਇਆ ਕਿ ਜਿਹੜਾ ਇਹ ਮਹਾਮਾਰੀ ਦੇ ਵਿਚਕਾਰ ਇਲੈਕਸ਼ਨ ਕਾਲ ਕੀਤੀ ਹੈ, ਉਹ ਕਹਿੰਦੇ ਕਿ ਸਾਰਾ ਕੀਤਾ ਕਰਾਇਆ ਇਸ ਦਾ ਆ। ਸੋ ਜੈਸਨ ਕੈਨੀ ਦਾ ਉਹਨਾਂ ਨੇ ਬਚਾਅ ਕੀਤਾ, ਆਪਣੀ ਜਿਹੜੀ ਉਹਨਾਂ ਨੇ ਵੀਡੀਓ ਜਾਰੀ ਕੀਤੀ ਸੀਗੀ ਜਿਸ 'ਚ ਜੈਸਨ ਕੈਨੀ ਦੀ ਤਾਰੀਫ ਕਰ ਰਹੇ ਨੇ, ਉਹਦਾ ਵੀ ਬਚਾਅ ਕੀਤਾ ਹੈ। ਵੀ ਮਾਹੌਲ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਜਿਹੜੀ ਸੂਬਾ ਸਰਕਾਰ ਹੈ ਉਸ ਦੇ ਵਿੱਚ ਆਪਣੀ ਪਾਰਟੀ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਉਹਨਾਂ ਦਾ ਕੀ ਕਹਿਣਾ ਹੈ? ਜੀ ਬਿਲਕੁਲ। ਕੱਲ ਵੀ ਇੱਕ MLA ਜਿਹੜੇ ਸੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਜਿਹੜੀ ਜੈਸਨ ਕੈਨੀ ਹੋਣਾ ਦੀ ਪਾਰਟੀ ਆ ਜੋ ਇਸ ਵਕਤ ਸੱਤਾ ਦੇ ਵਿੱਚ ਆ, ਉਹਦੇ ਕੱਲ ਵੀ ਜਿਹੜੇ ਇੱਕ MLA ਸੀਗੇ ਉਹਨਾਂ ਦੀ ਆਪਾਂ ਚਰਚਾ ਕੀਤੀ ਸੀ ਕਿ ਉਹਨਾਂ ਨੇ ਇਹ ਆਲੋਚਨਾ ਕੀਤੀ ਆ ਔਰ ਪਾਰਟੀ ਨੂੰ ਕਿਹਾ ਕਿ ਉਹ ਅੱਗੇ ਆ ਕੇ ਇਸ ਮਾਮਲੇ ਨੂੰ ਵਿਚਾਰਨ ਕਿ ਕਿਸ ਤਰੀਕੇ ਨਾਲ ਜਿਹੜਾ ਵਾ ਹਾਲਾਤ ਵਿਗੜ ਰਹੇ ਨੇ ਔਰ ਸਰਕਾਰ ਦਾ ਜਿਹੜਾ ਫੇਲੂਰ ਹੈ ਉਹ ਨਜ਼ਰ ਆ ਰਿਹਾ। ਸੋ ਅੱਜ ਇੱਕ ਹੋਰ ਜਿਹੜੇ ਕੈਲਗਰੀ ਤੋਂ ਵਿਧਾਇਕ ਨੇ ਇਸੇ ਪਾਰਟੀ ਦੇ ਰਿਚਰਡ ਕਰਕੇ ਉਹਨਾਂ ਦਾ ਨਾਮ ਆ, ਉਹਨਾਂ ਨੇ ਵੀ ਇੱਕ ਤਾਂ ਆਪਣੇ ਤੌਰ ਤੇ ਮਾਫੀ ਮੰਗੀ ਹੈ ਕਿ ਜੋ ਸਾਰਾ ਕੁਝ ਹੋ ਰਿਹਾ ਉਹਦੇ ਲਈ ਉਹ ਮਾਫੀ ਮੰਗਦੇ ਨੇ ਔਰ ਨਾਲ ਨਾਲ ਸਰਕਾਰ ਦੀ ਆਲੋਚਨਾ ਵੀ ਕੀਤੀ ਆ। ਸੋ ਇਹ ਇੱਕ ਕੋਈ ਬਹੁਤਾ ਚੰਗਾ ਸੰਕੇਤ ਨਹੀਂ ਕਿਉਂਕਿ ਜੈਸਨ ਕੈਨੀ ਜਿਹੜੇ ਆ ਬਹੁਤ ਵੱਡੇ ਕੱਦ ਦੇ ਲੀਡਰ ਜਿਹੜੇ ਆ ਉਹ ਮੰਨੇ ਜਾਂਦੇ ਆ ਔਰ ਇਹ ਵੀ ਲੋਕਾਂ ਵੱਲੋਂ ਕਿਹਾ ਜਾਂਦਾ ਸੀ ਕਿ ਬੇਸ਼ੱਕ ਉਹ ਆਪਣੀ ਪਾਰਟੀ ਬਣਾ ਕੇ ਜਿਹੜੇ ਸੀ ਉਹ ਇੱਕ ਸੂਬੇ ਦੀ ਪ੍ਰੋਵਿੰਸ ਦੀ ਪੋਲਿਟਿਕਸ ਵਿੱਚ ਚਲੇ ਗਏ ਔਰ ਪਿਛਲੀਆਂ ਇਲੈਕਸ਼ਨ 'ਚ ਕਿਹਾ ਜਾ ਰਿਹਾ ਸੀ ਕਿ ਜੇਕਰ ਜੈਸਨ ਕੈਨੀ ਐਂਡਰੂ ਸ਼ੀਰ ਦੀ ਥਾਂ ਤੇ ਹੁੰਦੇ ਜਾਂ ਉਸ ਤੋਂ ਬਾਅਦ ਉਹ ਫੈਡਰਲ ਲੀਡਰ ਬਣ ਕੇ ਅੱਜ ਐਰਨ ਅਟੂਲ ਦੀ ਥਾਂ ਹੁੰਦੇ ਤਾਂ ਉਹ ਇਹ ਦਮ ਰੱਖਦੇ ਸੀ ਕਿ ਉਹ ਜਸਟਿਨ ਟਰੂਡੋ ਨੂੰ ਹਰਾ ਸਕਦੇ ਸੀ। ਇੰਨਾ ਵੱਡਾ ਕੱਦ ਉਹਨਾਂ ਦਾ ਮੰਨਿਆ ਜਾ ਰਿਹਾ ਪਰ ਇਸ ਵਕਤ ਉਹਨਾਂ ਦੇ ਉਸ ਵੱਡੇ ਕੱਦ ਨੂੰ ਢਾਲ ਲੱਗਦੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਕੋਰੋਨਾ ਵਾਇਰਸ ਨੂੰ ਉਹਨਾਂ ਨੇ ਹੈਂਡਲ ਕੀਤਾ ਔਰ ਉਹਨਾਂ ਦੀ ਆਪਣੀ ਲੀਡਰਸ਼ਿਪ ਦੇ ਅੰਦਰ ਉਹਨਾਂ ਦੇ ਆਪਣੇ ਵਿਧਾਇਕ ਆਪਣੀ ਪਾਰਟੀ ਵਿੱਚੋਂ ਉਹਨਾਂ ਦੀ ਲੀਡਰਸ਼ਿਪ ਤੇ ਉਹਨਾਂ ਦੇ ਫੈਸਲਿਆਂ ਤੇ ਸਵਾਲ ਉਠਾ ਰਹੇ ਨੇ ਔਰ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜੈਸਨ ਕੈਨੀ ਹੋਣਾ ਤੇ ਦਬਾਅ ਲਗਾਤਾਰ ਵੱਧ ਰਿਹਾ ਕਿਉਂਕਿ ਪਹਿਲਾਂ 10 ਮੇਅਰ ਜਿਹੜੇ ਸੀ ਉਹ ਚਿੱਠੀ ਲਿਖਦੇ ਨੇ ਕਿ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਕਰੋ, ਫਿਰ ਯੂਨੀਵਰਸਿਟੀਆਂ ਆਪਣੇ ਪੱਧਰ ਤੇ ਜਿਹੜੀਆਂ 9 ਯੂਨੀਵਰਸਿਟੀਆਂ ਕਹਿੰਦੀਆਂ ਕਿ ਅਸੀਂ ਪ੍ਰੂਫ ਆਫ ਵੈਕਸੀਨ ਲਾਗੂ ਕਰ ਰਹੀਆਂ ਨੇ, ਫਿਰ ਇੱਕ ਵੱਡਾ ਸ਼ਹਿਰ ਜਿਹੜਾ ਵਾ ਐਡਮਿੰਟਨ ਅਲਬਰਟਾ ਦਾ ਉਹਨੇ ਆਪਣੇ ਤੌਰ ਤੇ ਕਹਿ ਦਿੱਤਾ ਕਿ ਅਸੀਂ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਕਰਾਂਗੇ। ਸੋ ਉਸ ਤੋਂ ਸਾਰਿਆਂ ਤੋਂ ਬਾਅਦ ਹਾਰ ਕੇ ਫਿਰ ਜੈਸਨ ਕੈਨੀ ਨੂੰ ਇਹ ਐਲਾਨ ਕਰਨਾ ਪਿਆ ਔਰ ਨਾਲ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ। ਸੋ ਹੁਣ ਇਹ ਦੇਖਣਾ ਪਊਗਾ ਕਿ ਐਰਨ ਅਟੂਲ ਨੂੰ ਇਹ ਮਾਫੀ ਕਿੰਨੀ ਕੁ ਮਹਿੰਗੀ ਪੈਂਦੀ ਆ ਤੇ ਅਲਬਰਟਾ ਦੇ ਵਿੱਚ ਕਿੰਨੇ ਕੁ ਹਾਲਾਤ ਹੋਰ ਵਿਗੜਦੇ ਆ ਤੇ ਕਿੱਥੋਂ ਤੱਕ ਇਸ ਕੋਵਿਡ ਨੂੰ ਸੰਭਾਲਿਆ ਜਾਂਦਾ ਹੈ। ਜੀ ਮਨਦੀਪ ਜੀ, ਗੱਲ ਕਰਦੇ ਹਾਂ ਫਿਰ ਤੋਂ ਚੋਣਾਂ ਦੇ ਵਿੱਚ ਬਹੁਤ ਘੱਟ ਦਿਨ ਦਾ ਸਮਾਂ ਰਹਿ ਗਿਆ। ਅਜਿਹੇ ਦੇ ਵਿੱਚ ਜਿਹੜੇ ਪਹਿਲਾਂ ਸਰਵੇ ਸਾਹਮਣੇ ਆ ਰਹੇ ਸਨ ਉਹਨਾਂ ਦੀ ਤਸਵੀਰ ਵੀ ਬਦਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਜਿਹੜੇ ਹੁਣ ਇਸ ਸਮੇਂ ਸਰਵੇ ਸਾਹਮਣੇ ਆਇਆ ਉਸ ਦੇ ਵਿੱਚ ਕਿੰਨੀ ਪਾਰਟੀਆਂ ਜਿਹੜੀਆਂ ਨੇ ਕਿਹੜੀ ਪਾਰਟੀ ਨੂੰ ਕਿੰਨੀ ਸਪੋਰਟ ਮਿਲਦੀ ਹੋਈ ਦਿਖਾਈ ਦੇ ਰਹੀ ਹੈ, ਕੀ ਕਹਿ ਰਹੇ ਨੇ ਮੌਜੂਦਾ ਸਮੇਂ ਜੋ ਸਰਵੇ ਸਾਹਮਣੇ ਆ ਰਹੇ ਨੇ? ਜੀ ਜਿੱਦਾਂ ਇਲੈਕਸ਼ਨ ਨੇੜੇ ਆਉਂਦੇ ਜਾ ਰਹੇ ਆ ਜੀ ਉਸੇ ਤਰੀਕੇ ਨਾਲ ਜਿਹੜਾ ਵਾ ਲਗਾਤਾਰ ਇਹ ਜਿਹੜੀ ਇਲੈਕਸ਼ਨ ਦੀ ਰੇਸ ਹੈ ਉਹ ਟਾਈਟ ਹੁੰਦੀ ਜਾ ਰਹੀ ਆ ਔਰ ਜੇਕਰ ਅੱਜ ਦੀ ਅਸੀਂ ਗੱਲ ਕਰੀਏ ਜਿਹੜੀਆਂ ਰੋਜ਼ ਏਜੰਸੀਆਂ ਦੇ ਹਵਾਲੇ ਨਾਲ ਅਸੀਂ ਸਰਵੇ ਦਿੰਦੇ ਹਾਂ ਉਹਨਾਂ ਦੇ ਹਿਸਾਬ ਨਾਲ ਅੱਜ ਜੇਕਰ ਅਸੀਂ ਦੇਖੀਏ ਤਾਂ ਇਸ ਵਕਤ ਬਿਲਕੁਲ ਬਰਾਬਰੀ ਉੱਤੇ ਦੋਨੇ ਪਾਰਟੀਆਂ ਖੜੀਆਂ ਨੇ। ਵੋਟ ਸ਼ੇਅਰ ਦੇ ਮਾਮਲੇ ਵਿੱਚ ਲਿਬਰਲ ਪਾਰਟੀ ਜਿਹੜੀ ਆ 31.9% ਉੱਤੇ ਅਤੇ ਕੰਜ਼ਰਵੇਟਿਵ ਪਾਰਟੀ 31.8% ਉੱਤੇ ਜਿਹੜਾ ਵਾ ਉਹ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਨੈਕ ਟੂ ਨੈਕ ਇਸ ਵਕਤ ਖੜੇ ਆ ਔਰ NDP 18.9 ਅਤੇ ਬਲਾਕ ਕਿਊਬਕ ਵੱਧ ਕੇ 7% ਤੇ ਚਲੇ ਗਏ ਨੇ ਤੇ PPC ਵਾਲੇ 6.1% ਉੱਤੇ ਜਿਹੜੇ ਇਸ ਵਕਤ ਆ ਗਏ ਨੇ ਔਰ ਸੀਟਾਂ ਦੇ ਹਿਸਾਬ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਲਿਬਰਲ ਪਾਰਟੀ ਇਸ ਵਕਤ 144 ਸੀਟਾਂ ਜਿਹੜੀਆਂ ਉਹ ਜਿੱਤੀਆਂ ਦਿਖਾਈ ਦੇ ਰਹੀ ਆ ਤੇ 128 ਸੀਟਾਂ ਉੱਤੇ ਕੰਜ਼ਰਵੇਟਿਵ 32 ਸੀਟਾਂ ਉੱਤੇ NDP ਔਰ ਬਲਾਕ ਕਿਊਬਕ 32 ਸੀਟਾਂ ਤੇ ਗ੍ਰੀਨ ਪਾਰਟੀ ਜਿਹੜੀ ਉਹ 2 ਸੀਟਾਂ ਉੱਤੇ ਇਸ ਵਕਤ ਦਿਖਾਈ ਦੇ ਰਹੀ ਹੈ ਔਰ ਜੇਕਰ ਅਸੀਂ CBC ਪੋਲ ਟਰੈਕਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ 150 ਸੀਟਾਂ ਜਿਹੜੀਆਂ ਲਿਬਰਲ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ 120 ਸੀਟਾਂ ਉੱਤੇ ਕੰਜ਼ਰਵੇਟਿਵ
ਐਨਡੀਪੀ ਨੂੰ ਇੱਥੇ 38 ਅਤੇ ਬਲਾਕ ਯੂਪਕ ਨੂੰ 29 ਤੇ ਗ੍ਰੀਨ ਪਾਰਟੀ ਨੂੰ 1 ਸੀਟ ਦਿੱਤੀ ਜਾ ਰਹੀ ਆ। ਵੋਟ ਸ਼ੇਅਰ ਦੇ ਮਾਮਲੇ 'ਚ ਇੱਥੇ ਲਿਬਰਲ ਪਾਰਟੀ ਥੋੜੀ ਅੱਗੇ ਨਜ਼ਰ ਆ ਰਹੀ ਆ, ਜਿਹੜੀ 31.7% ਅਤੇ ਕੰਜ਼ਰਵੇਟਿਵ 31.2% ਉੱਤੇ ਨਜ਼ਰ ਆ ਰਹੀ ਆ, ਤੇ ਐਨਡੀਪੀ ਨੂੰ 20.1, ਬਲਾਕ ਯੂਪਕ 6.4 ਤੇ ਪੀਪਲਸ ਪਾਰਟੀ ਨੂੰ 6.2 ਤੇ ਗ੍ਰੀਨ ਪਾਰਟੀ ਸਭ ਤੋਂ ਹੇਠਾਂ 3.3% ਉੱਤੇ ਨਜ਼ਰ ਆ ਰਹੀ ਆ। ਜੀ ਬਿਲਕੁਲ। ਅੱਛਾ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲਿਆਂ ਦੀ। ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਅਪਡੇਟ ਹੈ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਕੀ ਮੌਜੂਦਾ ਹਾਲਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰੋਨਾ ਵਾਇਰਸ ਦੇ ਬਣੇ ਹੋਏ ਨੇ। ਬਿਲਕੁਲ, ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਅੱਜ ਤਾਜ਼ਾ ਜਾਣਕਾਰੀ ਜੋ ਸਾਡੇ ਸਾਹਮਣੇ ਆਈ ਆ, ਜਿਹਦੇ ਵਿੱਚ 706 ਨਵੇਂ ਮਾਮਲੇ ਜਿਹੜੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ ਦੇ ਸਾਹਮਣੇ ਆਏ ਨੇ। ਔਰ ਜੇਕਰ ਅਸੀਂ ਰੀਜ਼ਨ ਵਾਈਜ਼ ਵੀ ਦਰਸ਼ਕਾਂ ਨੂੰ ਜਾਣਕਾਰੀ ਦਈਏ ਤਾਂ ਫਰੇਜ਼ਰ ਹੈਲਥ ਦੇ ਵਿੱਚ ਅੱਜ 203 ਮਾਮਲੇ, ਔਰ ਇੱਥੇ ਐਕਟਿਵ ਮਾਮਲੇ ਹੁਣ ਵੱਧ ਕੇ 1784 ਹੋ ਗਏ ਨੇ। ਵੈਨਕੂਵਰ ਕੋਸਟਲ ਹੈਲਥ ਤੋਂ ਜਿਹੜਾ 105 ਨਵੇਂ ਮਾਮਲੇ ਤੇ 1051 ਜਿਹੜੇ ਨਵੇਂ ਮਾਮਲੇ ਇੱਥੇ ਆਏ ਨੇ। ਔਰ ਜਿਹੜੇ 1051 ਐਕਟਿਵ ਕੇਸ ਨੇ, ਜਿਵੇਂ ਕਿ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਇੰਟੀਰੀਅਰ ਹੈਲਥ ਰੀਜਨ ਦੇ ਵਿੱਚ 213 ਮਾਮਲੇ ਜਿਹੜੇ ਸਾਹਮਣੇ ਆਏ ਨੇ ਤੇ ਟੋਟਲ ਐਕਟਿਵ ਕੇਸ 1504 ਹੋ ਗਏ ਨੇ। 81 ਨਵੇਂ ਕੇਸ ਆਈਲੈਂਡ ਹੈਲਥ ਰੀਜਨ ਤੋਂ ਨੇ ਤੇ 638 ਕੁੱਲ ਐਕਟਿਵ ਮਾਮਲੇ ਇੱਥੇ ਨੇ। ਔਰ ਇਹਦੇ ਨਾਲ ਹੀ ਜੇਕਰ ਅਸੀਂ ਦੇਖੀਏ ਤਾਂ ਕੁੱਲ ਜਿਹੜੇ ਇਸ ਵਕਤ ਜਿਹੜੀਆਂ ਕੁੱਲ ਫਰੇਜ਼ਰ ਹੈਲਥ ਵਿੱਚ 3 ਮੌਤਾਂ ਹੋਰ ਲੋਕਾਂ ਦੀਆਂ ਹੋਈਆਂ ਨੇ ਅਤੇ ਇੱਕ ਮੌਤ ਜਿਹੜੀ ਆ ਉਹ ਨਾਰਥਲ ਜਿਹੜੀ ਹੈਲਥ ਵਿੱਚ ਹੋਈ ਆ। ਸੋ ਕੁੱਲ ਮਿਲਾ ਕੇ BC ਵਿੱਚ ਅੱਜ 4 ਲੋਕਾਂ ਦੀ ਮੌਤ ਹੋਈ ਆ ਅਤੇ 1877 ਲੋਕਾਂ ਦੀ ਮੌਤ ਜਿਹੜੀ ਆ ਇੱਥੇ ਹੋ ਚੁੱਕੀ ਆ। ਜੇਕਰ ਸੂਬੇ 'ਚ ਅਸੀਂ ਇਸ ਵਕਤ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ 86.8% ਲੋਕਾਂ ਨੂੰ ਇਸ ਵਕਤ ਇੱਥੇ ਪਹਿਲੀ ਡੋਜ਼ ਜਿਹੜੀ ਆ ਉਹ ਲੱਗ ਚੁੱਕੀ ਆ। ਔਰ ਇਹਦੇ ਨਾਲ ਹੀ 5844 ਐਕਟਿਵ ਕੇਸ ਇਸ ਵਕਤ ਕੁੱਲ BC ਵਿੱਚ ਨਜ਼ਰ ਆ ਰਹੇ ਨੇ। ਜੀ ਇੱਕ ਵਾਰ ਫਿਰ ਤੋਂ ਗੱਲ ਅਸੀਂ ਮਨਦੀਪ ਜੀ ਸਿਆਸਤ ਦੀ ਕਰਦੇ ਹਾਂ। ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹਾਂਗੇ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਵੱਡੇ ਚਿਹਰੇ ਖੜੇ ਨੇ, ਜਿਵੇਂ ਜਿਹੜੇ ਮੌਜੂਦਾ ਸਮੇਂ ਕੈਨੇਡਾ ਦੇ ਰੱਖਿਆ ਮੰਤਰੀ ਨੇ, ਚਾਹੇ ਉਹਨਾਂ ਦੀ ਗੱਲ ਕਰ ਲਈਏ, ਹੋਰ ਵੀ ਕਈ ਜਾਣੇ ਨੇ, ਉਹਨਾਂ ਹਲਕਿਆਂ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ, ਕੀ ਸਥਿਤੀ ਬਣੀ ਹੋਈ ਹੈ ਮੌਜੂਦਾ। ਬਿਲਕੁਲ, ਖਾਸ ਕਰਕੇ ਇਹਨਾਂ ਸੀਟਾਂ ਉੱਤੇ ਦਿਲਚਸਪੀ ਲੋਕਾਂ ਦੀ ਬਣੀ ਹੋਈ ਆ। ਸੋ ਜੇਕਰ ਅਸੀਂ ਦੇਖੀਏ ਤਾਂ ਵੱਡੇ ਚਰਚਿਤ ਜਿਹੜੇ ਪੰਜਾਬੀ ਚਿਹਰੇ ਨੇ ਉਹਦੇ ਵਿੱਚ ਹਰਜੀਤ ਸੱਜਣ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ, ਔਰ ਅਸੀਂ ਅੱਜ ਉਹਨਾਂ ਦੀ ਜਾਣਕਾਰੀ ਜਿਹੜੀ ਦੇ ਦਿੰਦੇ ਆ। ਔਰ ਇਸ ਤੋਂ ਇਲਾਵਾ ਅਸੀਂ ਇੱਕ ਵਿਸਥਾਰਤ ਰਿਪੋਰਟ ਜਿਹੜੀ ਆ ਥੋੜੇ ਸਮੇਂ ਵਿੱਚ ਜਿਹੜੀ ਅਸੀਂ ਪੇਸ਼ ਕਰਾਂਗੇ, ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਕਿਹੜੇ ਪੰਜਾਬੀ ਜਿਹੜੇ ਆ ਕਿਹੜੇ ਹਲਕੇ ਤੋਂ ਲੀਡ ਕਰ ਰਹੇ ਨੇ। ਔਰ ਇਸ ਪ੍ਰੋਗਰਾਮ 'ਚ ਅਸੀਂ ਸੱਜਣ ਜਿਹੜੇ ਆ ਇਸ ਵਕਤ ਵੈਨਕੂਵਰ ਸਾਊਥ ਤੋਂ ਉਮੀਦਵਾਰ ਨੇ। ਫਿਲਹਾਲ ਉਹਨਾਂ ਦੀ ਸੀਟ ਜਿਹੜੀ ਆ ਉਹ ਸੇਫ ਨਜ਼ਰ ਆ ਰਹੀ ਆ। ਕੰਜ਼ਰਵੇਟਿਵ ਵੱਲੋਂ ਸੁਖਬੀਰ ਸਿੰਘ ਗਿੱਲ ਜਿਹੜੇ ਨੇ ਉਹਨਾਂ ਦੇ ਸਾਹਮਣੇ ਖੜੇ ਨੇ, ਪਰ ਉਹਨਾਂ ਦਾ ਕਾਫੀ ਅੰਕਾਂ ਦਾ ਫਰਕ ਇਸ ਵਕਤ ਫਾਸਲਾ ਆਪਸ ਨਜ਼ਰ ਆ ਰਿਹਾ। ਸੋ ਹਰਜੀਤ ਸੱਜਣ ਹੋਣਾ ਦੀ ਸੀਟ ਜਿਹੜੀ ਆ ਉਹ ਸੇਫ ਨਜ਼ਰ ਆ ਰਹੀ ਆ, ਜਿੱਤਦੇ ਨਜ਼ਰ ਆ ਰਹੇ ਨੇ। ਹਾਲਾਂਕਿ ਜੇਕਰ ਅਸੀਂ ਕੁਝ ਹੋਰ ਵੀ ਪੁਰਾਣੇ ਲਿਬਰਲ ਦੇ MP ਦੇਖੀਏ, ਖਾਸ ਕਰਕੇ ਉਹ ਦੁਬਾਰਾ ਜਿੱਤਦੇ ਨਜ਼ਰ ਆ ਰਹੇ ਨੇ। ਔਰ ਜਿਨ੍ਹਾਂ ਦੀ ਸੀਟ ਖਤਰੇ ਵਿੱਚ ਆ ਅਸੀਂ ਉਹਨਾਂ ਦੀ ਗੱਲ ਵੀ ਕਰਾਂਗੇ। ਪਰ ਜੇਕਰ ਇਸ ਪ੍ਰੋਗਰਾਮ 'ਚ ਅਸੀਂ ਹਰਜੀਤ ਸੱਜਣ ਹੋਣਾ ਬਾਰੇ ਜਾਣਕਾਰੀ ਦੇ ਰਹੇ ਹਾਂ ਤਾਂ ਉਹ ਵੈਨਕੂਵਰ ਤੋਂ ਜਿੱਤਦੇ ਨਜ਼ਰ ਆ ਰਹੇ ਨੇ। ਜੀ ਬਿਲਕੁਲ। ਸੋ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਅਸੀਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਹੈ। ਜਿਹੜੀਆਂ ਖਬਰਾਂ ਸਨ ਉਹਨਾਂ ਦੇ ਉੱਪਰ ਜਾਣਕਾਰੀ ਆਪਣੇ ਸਹਿਯੋਗੀ ਤੋਂ ਹਾਸਲ ਕੀਤੀ ਹੈ। ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।